सो नमस्ते सत श्री अकाल हैलो अगेन। सो अपना टॉपिक हैगा पॉलीगन ला ऑफ वैक्टर एडिशन। सो पॉलीगन गन मैंने भुजावां साइडां, पॉली मैंने ज़्यादा, सो बहुभुजी सो जिहदियां साइडां ज़्यादा होण उहनूं असीं पॉलीगन कहने आ। त्रिकोण हुंदी आ, त्रिभुज हुंदी आ, चतुर्भुज हुंदी आ ते पंज भुज आ, छठ भुजा ते जदों ये भुजावां वध जांदियां फिर उहनूं असीं पॉलीगन कहण लग जांदे आ। पॉली मैंने ज़्यादा, गन तो भाव हैगा भुजावां। सो असीं ट्रायंगल ला दे बारे पढ़िया जां पैरेललोग्राम ला दे बारे पढ़िया। सो ट्रायंगल ला ऑफ वैक्टर एडिशन तो ਉਹਦੇ 'ਚ ਅਸੀਂ ਕਿਹਾ ਕਿ ਦੋ ਵੈਕਟਰ ਸੀਗੇ, ਮਤਲਬ ਇੱਕ ਕੋਈ ਮੰਨ ਲਓ ਆਪਾਂ ਐਗਜ਼ਾਮਪਲ ਲੈ ਰਹੇ ਬਾਰ-ਬਾਰ ਫੋਰਸ ਦੀ ਕਿ ਇੱਕ ਟੇਬਲ ਹੈਗਾ ਉਹਨੂੰ ਧੱਕਾ ਮਾਰਦੇ ਪਏ ਆਪਾਂ, ਇੱਕ ਇੱਧਰ ਨੂੰ ਮਾਰਦਾ ਇੱਕ ਇੱਧਰ ਨੂੰ ਮਾਰਦਾ। ਸੋ ਇਹ A ਵੈਕਟਰ ਸੀਗਾ, B ਵੈਕਟਰ ਸੀਗਾ। ਸੋ ਅਸੀਂ ਇੱਥੇ ਫੋਰਸ ਕਹਿ ਲੈਂਦੇ ਹਾਂ, ਫੋਰਸ ਇੱਕ ਸਮਝ ਲੱਗਣ ਵਾਲਾ ਵੈਕਟਰ ਆ, ਇਸ ਲਈ ਅਸੀਂ ਫੋਰਸ ਬਾਰ-ਬਾਰ ਸ਼ਬਦ ਪ੍ਰਯੋਗ ਕਰ ਲੈਂਦੇ ਹਾਂ। ਅਦਰਵਾਈਜ਼ ਵੈਕਟਰਸ ਦੀ ਗੱਲ ਹੋ ਰਹੀ ਆ, ਜਨਰਲ ਗੱਲ ਆ, ਮਤਲਬ ਕੋਈ ਵੀ ਵੈਕਟਰ ਹੋਵੇ ਉਹਦੇ ਲਈ ਇਹ ਗੱਲ ਹੁੰਦੀ ਆ, ਪਰ ਫੋਰਸ ਵਾਲੀ ਗੱਲ ਛੇਤੀ ਸਮਝ ਲੱਗਦੀ ਆ, ਇਸ ਲਈ ਆਪਾਂ ਫੋਰਸ ਧੱਕਾ ਮਾਰਿਆ ਖਿੱਚਿਆ ਇਹਦੀ ਗੱਲ ਆਪਾਂ ਕਰਦੇ ਰਹਿੰਦੇ ਹਾਂ। ਸੋ ਇਹਦੇ 'ਚ ਅਸੀਂ ਪੜ੍ਹਿਆ ਸੀਗਾ ਕਿ ਦੋ ਹੋਣ ਤਾਂ ਫਿਰ ਅਸੀਂ ਇੱਕ ਇੱਧਰ ਨੂੰ ਵੈਕਟਰ ਲੈ ਕੇ ਅਤੇ ਇੱਕ ਇੱਧਰ ਨੂੰ ਲੈ ਕੇ ਤਾਂ ਟ੍ਰਾਇੰਗਲ ਪੂਰੀ ਕਰ ਦਿੰਦੇ ਹਾਂ। ਤਾਂ ਫਿਰ ਆਹ ਜਿਹੜੀ ਜੇ ਆਹ A ਵੈਕਟਰ ਹੋਵੇ ਆ B ਵੈਕਟਰ ਹੋਵੇ ਤਾਂ ਆਹ ਜਿਹੜਾ ਰਿਜ਼ਲਟੈਂਟ ਹੁੰਦਾ ਉਹ A + B ਹੁੰਦਾ ਸੀ। ਇੱਦਾਂ ਹੀ ਆਪਣੇ ਕੋਲ ਇੱਕ ਪੈਰਲੋਗ੍ਰਾਮ ਲਾ ਸੀ, ਉਹਦੇ 'ਚ ਆਪਾਂ ਕੀ ਕਰਨਾ ਸੀਗਾ, ਅਸੀਂ ਹੈੱਡ ਅਤੇ ਟੇਲ ਨੂੰ ਆਪਸ 'ਚ ਜੋੜਨਾ ਹੁੰਦਾ ਵਾ। A ਨੂੰ ਇੱਧਰ ਲੈ ਕੇ ਅਤੇ B ਨੂੰ ਇੱਧਰ ਲੈ ਕੇ ਪੈਰਲੋਗ੍ਰਾਮ ਕੰਪਲੀਟ ਕਰ ਦੇਣੀ ਹੁੰਦੀ ਆ। ਅਤੇ ਪੈਰਲੋਗ੍ਰਾਮ ਕੰਪਲੀਟ ਕਰਕੇ ਜਿਹੜਾ ਡਾਇਗਨਲ ਹੁੰਦਾ ਕਰਨ ਜਿਹੜਾ ਹੁੰਦਾ ਇਹਦਾ ਉਹ R ਦੇ ਬਰਾਬਰ ਹੁੰਦਾ ਵਾ। ਸੋ ਅਸੀਂ ਇੱਥੇ ਵੀ ਦੇਖਿਆ ਸੀਗਾ ਕਿ ਜਿਹੜੀ ਪੈਰਲੋਗ੍ਰਾਮ ਆ ਉਹ ਟ੍ਰਾਇੰਗਲ ਆ ਦੋਨੋਂ ਸੇਮ ਆ, ਕਿਉਂਕਿ ਆਹ ਜੇ ਆਪਾਂ ਸਾਈਡ ਲਈਏ ਅਤੇ ਆਹ ਸਾਈਡ ਲਈਏ ਇਹ ਬੇਸਿਕਲੀ ਆਹ ਜਿਹੜੀ ਸਾਈਡ ਆ ਇਹ ਉਹਦੇ ਟ੍ਰਾਇੰਗਲ ਆ ਨੂੰ ਹੀ ਰਿਪਰਜੈਂਟ ਕਰਦਾ ਇੰਨਾ ਪੋਰਸ਼ਨ। ਸੋ ਕਿਉਂਕਿ ਆਹ ਸਾਹਮਣੀ ਸਾਈਡ ਅਤੇ ਆਹ ਸਾਈਡ ਬਰਾਬਰ ਹੁੰਦੀਆਂ ਆ, ਪੈਰਲਲ ਵੀ ਹੁੰਦੀਆਂ ਆ। ਸੋ ਪੈਰਲੋਗ੍ਰਾਮ ਜਿਹੜੀ ਲਾ ਆਫ ਵੈਕਟਰ ਐਡੀਸ਼ਨ ਆ ਅਤੇ ਜਿਹੜਾ ਟ੍ਰਾਇੰਗਲ ਲਾ ਆਫ ਵੈਕਟਰ ਐਡੀਸ਼ਨ ਆ ਉਹ ਦੋਨੋਂ ਇੱਕ ਦੂਸਰੇ ਦੇ ਵਿੱਚੋਂ ਹੀ ਨਿਕਲਦੇ ਆ ਜਾਂ ਇੱਕ ਦੂਜੇ ਦੇ ਨਾਲ ਆਪਾਂ ਉਹਨਾਂ ਨੂੰ ਮਿਲਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ, ਬਸ ਦੱਸਣ ਦਾ ਤਰੀਕਾ ਵੱਖਰਾ ਹੈਗਾ ਆ। ਸੋ ਹੁਣ ਆ ਗਿਆ ਆਪਣੇ ਕੋਲ ਪੋਲੀਗਨ। ਹੁਣ ਪੋਲੀਗਨ ਮੈਨੇ ਕਿ ਦੋ ਤੋਂ ਵੱਧ, ਸੋ ਵੈਨ ਯੂ ਹੈਵ ਮੋਰ ਦੈਨ ਟੂ ਵੈਕਟਰਸ, ਸੋ ਯੂ ਹੈਵ ਮੋਰ ਦੈਨ ਟੂ ਵੈਕਟਰਸ, ਮੋਰ ਦੈਨ ਟੂ ਵੈਕਟਰਸ। ਜਦੋਂ ਦੋ ਤੋਂ ਜ਼ਿਆਦਾ ਵੈਕਟਰ ਹੋਣਗੇ, ਦੋ ਤੋਂ ਵੱਧ ਜੇ ਵੈਕਟਰ ਹੋਣ ਫਿਰ ਹਰ ਵਾਰੀ ਦੋ ਬੰਦੇ ਥੋੜ੍ਹੀ ਮੇਜ਼ ਨੂੰ ਧੱਕਾ ਮਾਰਨਗੇ, ਜ਼ਿਆਦਾ ਬੰਦੇ ਵੀ ਰਲ ਕੇ ਧੱਕਾ ਮਾਰ ਸਕਦੇ। ਮੇਜ਼ ਤੋਂ ਭਾਰੀ ਚੀਜ਼ ਵੀ ਹੋ ਸਕਦੀ ਜਿਹਨੂੰ ਖਿੱਚਣਾ ਹੋ ਸਕਦਾ, ਕੋਈ ਮੰਨ ਲਓ ਕਿ 100-200 ਕਿਲੋ ਦੀ ਕੋਈ ਚੀਜ਼ ਆ ਉਹਨੂੰ ਰਲ ਕੇ ਆਪਾਂ ਨੇ ਖਿੱਚਣਾ ਤਾਂ ਫਿਰ ਉਹ ਉੱਥੇ ਆਪਾਂ ਦੋ ਬੰਦੇ ਥੋੜ੍ਹੀ ਲੱਗਾਂਗੇ, ਫਿਰ ਕਈ ਜਾਣੇ ਰਲ ਕੇ ਉਹਨੂੰ ਧੱਕਾ ਮਾਰਨਗੇ। ਸੋ ਲੈਟ ਅਸ ਸੇ ਕਿ ਕੋਈ ਚੀਜ਼ ਆ ਜਿਹੜੀ ਕਿ ਜਿਹਨੂੰ ਕਿੰਨੇ ਜਾਣੇ ਰਲ ਕੇ ਧੱਕਾ ਮਾਰਦੇ ਪਏ ਆ, ਮੰਨ ਲਓ ਪਤਾ ਨਹੀਂ ਕੀ ਚੀਜ਼ ਆ, ਭਾਰੀ ਚੀਜ਼ ਆ, ਬਹੁਤ ਹੀ 200-300 ਕਿਲੋ ਭਾਰੀ ਆ, ਮੰਨ ਲਓ 200 ਕਿਲੋਗ੍ਰਾਮ ਭਾਰੀ ਆ ਇਹ ਚੀਜ਼, ਤਾਂ ਇਹਨੂੰ ਫਿਰ ਕਿੰਨੇ ਜਾਣੇ ਆਹ ਵੀ ਬੰਦਾ ਧੱਕਾ ਮਾਰੂਗਾ, ਆਹ ਵੀ ਇੱਧਰੋਂ ਵੀ ਧੱਕਾ ਮਾਰੂ, ਇੱਧਰੋਂ ਵੀ ਵੱਜੂ, ਇੱਧਰੋਂ ਵੀ। ਸੋ ਇੱਦਾਂ ਕਰਕੇ ਕਿੰਨੇ ਜਾਣੇ ਇਹਨੂੰ ਮੰਨ ਲਓ ਇਹਨਾਂ ਨੇ ਇੱਧਰ ਨੂੰ ਲੈ ਕੇ ਜਾਣਾ ਵਾ ਅਤੇ ਸਾਰੇ ਜਾਣੇ ਰਲ ਮਿਲ ਕੇ ਇੱਦਾਂ ਕਰਕੇ ਇਹਨੂੰ ਧੱਕਾ ਮਾਰ ਕੇ ਐਡਜਸਟ ਕਰਦੇ ਫਿਰ ਗਾਂਹ ਨੂੰ ਲੈ ਕੇ ਜਾਣਗੇ। ਤਾਂ ਜਦੋਂ ਹੁਣ ਦੋ ਤੋਂ ਵੱਧ ਫੋਰਸ ਹੋ ਗਈ, ਮੋਰ ਦੈਨ ਟੂ ਵੈਕਟਰਸ, ਦੋ ਵੈਕਟਰਸ ਤੋਂ ਜ਼ਿਆਦਾ, ਠੀਕ ਆ, ਜਦੋਂ ਹੋਣ ਫਿਰ ਉਸ ਵੇਲੇ ਅਸੀਂ ਪੋਲੀਗਨ ਲਾ ਲਾਉਂਦੇ ਹੁੰਦੇ ਹਾਂ। ਸੋ ਲੈਟ ਅਸ ਕੰਸੀਡਰ 4, ਮੰਨ ਲਓ ਕਿ ਇੱਕ ਵੈਕਟਰ ਇੱਧਰ ਆ A, ਇੱਕ ਵੈਕਟਰ ਇੱਧਰ ਨੂੰ ਲੱਗਦਾ ਪਿਆ ਵਾ B, ਇੱਕ ਵੈਕਟਰ ਇੱਧਰ ਨੂੰ ਲੱਗਦਾ ਪਿਆ C, ਇੱਕ ਵੈਕਟਰ ਮੰਨ ਲਓ ਇੱਧਰ ਨੂੰ ਲੱਗਦਾ ਪਿਆ D। ਅਸੀਂ ਕੀ ਕਰਾਂਗੇ, ਅਸੀਂ ਇਹ ਸਾਰੇ ਵੈਕਟਰਸ ਨੂੰ ਟ੍ਰਾਇੰਗਲ ਲਾ ਦੇ ਹਿਸਾਬ ਨਾਲ ਜੋੜੀ ਜਾਵਾਂਗੇ। ਸੋ ਜਿੱਦਾਂ A ਅਤੇ B ਨੂੰ ਜੋੜਾਂਗੇ, ਸੋ ਪਹਿਲਾਂ A ਦੇ ਪੈਰਲਲ ਲੈ ਲਾਂਗੇ, B ਦੇ ਪੈਰਲਲ ਲੈ ਲਾਂਗੇ। ਸੋ A ਅਤੇ B ਦੀ ਥਾਂ 'ਤੇ ਇਹਦਾ ਰਿਜ਼ਲਟੈਂਟ ਆ ਜਾਊਗਾ। ਸੋ ਆਹ ਰਿਜ਼ਲਟੈਂਟ ਆ ਗਿਆ, ਇਹਦਾ ਮੈਂ ਨਾਮ ਰੱਖ ਦਿੰਦਾ R1 ਫੋਰ ਕਨਵੀਨੀਅੰਸ, ਠੀਕ ਆ। ਇਹਦਾ ਮਤਲਬ AB ਦੀ ਮੈਨੂੰ ਲੋੜ ਨਹੀਂ, ਮੈਂ ਇਕੱਲਾ R1 ਵਰਤ ਸਕਦਾ ਵਾਂ। ਹੁਣ ਦੇਖੋ ਇੱਥੇ ਰਿਜ਼ਲਟੈਂਟ ਦੀ ਗੱਲ ਆਪਾਂ ਜੇ ਕਰੀਏ ਤਾਂ ਰਿਜ਼ਲਟੈਂਟ ਹੁੰਦਾ ਕੀ ਆ, ਵਾਟ ਇਜ਼ ਰਿਜ਼ਲਟੈਂਟ, ਸੋ ਜਿਹਨੂੰ ਅਸੀਂ ਕਿਹਾ ਨਤੀਜਾ, ਪਰਿਣਾਮ, ਰਿਜ਼ਲਟੈਂਟ। ਸੋ ਰਿਜ਼ਲਟੈਂਟ ਕੀ ਆ, ਰਿਜ਼ਲਟੈਂਟ ਇੱਕ ਇਕੱਲਾ ਫੋਰਸ ਆ, ਇਕੱਲਾ ਵੈਕਟਰ ਆ ਜਿਹੜਾ ਬਾਕੀ ਦੋਨਾਂ ਵੈਕਟਰਾਂ ਦੀ ਥਾਂ 'ਤੇ ਉਹੀ ਕੰਮ ਕਰਦਾ ਜਿਹੜਾ ਦੋਨੋਂ ਜਾਣੇ ਰਲ ਕੇ ਕਰਦੇ ਆ। ਸੋ ਜਿਹੜਾ ਕੰਮ ਦੋਨੋਂ ਜਾਣੇ ਜਾਂ ਜ਼ਿਆਦਾ ਜਾਣੇ ਰਲ ਕੇ ਕਰਦੇ ਸੀਗੇ
ਜੋ ਇਫੈਕਟ ਉਹ ਪੈਦਾ ਕਰਦੇ ਪਏ ਸੀ, ਦੋ ਜਾਂ ਦੋ ਤੋਂ ਵੱਧ ਵੈਕਟਰ ਰਲ ਕੇ ਜੋ ਇਫੈਕਟ ਪੈਦਾ ਕਰਦੇ ਪਏ ਸੀ, ਉਹਨਾਂ ਦੀ ਥਾਂ 'ਤੇ ਇੱਕ ਇਕੱਲਾ ਵੈਕਟਰ ਜੇ ਉਹੀ ਇਫੈਕਟ ਪੈਦਾ ਕਰੇ ਤਾਂ ਉਹ ਇਕੱਲਾ ਵੈਕਟਰ ਉਹਨਾਂ ਦਾ ਰਿਜ਼ਲਟੈਂਟ ਹੁੰਦਾ ਹੈਗਾ। ਸੋ ਇਹਨੂੰ ਉਹ ਕਿਸ ਤਰ੍ਹਾਂ ਆਪਾਂ ਜਿਹੜਾ ਹੈਗਾ ਵਾ ਇਹਦੀ ਲੈਂਗੁਏਜ ਤੁਸੀਂ ਆਪਣੇ ਹਿਸਾਬ ਨਾਲ ਟਰਾਂਸਲੇਟ ਕਰਕੇ ਇੰਗਲਿਸ਼ 'ਚ ਲਿਖਣਾ ਇੰਗਲਿਸ਼ ਲਿਖ ਸਕਦੇ ਹੋ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਿਜ਼ਲਟੈਂਟ ਜਿਹੜਾ ਹੈਗਾ ਉਹ ਕੀ ਚੀਜ਼ ਹੋਇਆ। ਸੋ ਇਹ ਫਿਰ ਮੈਂ ਬੋਲਦਾ ਕਿ ਰਿਜ਼ਲਟੈਂਟ ਜਿਹੜਾ ਹੈਗਾ ਬੇਸਿਕਲੀ ਕੀ ਚੀਜ਼ ਹੁੰਦਾ। ਰਿਜ਼ਲਟੈਂਟ ਉਹ ਜਿਹੜੇ ਦੋ ਜਾਂ ਜ਼ਿਆਦਾ ਵੈਕਟਰ ਜਦੋਂ ਕਿਸੇ ਬੋਡੀ 'ਤੇ ਐਕਟ ਕਰਦੇ ਆ ਜਾਂ ਕੋਈ ਰਲ ਕੇ ਕੋਈ ਇਫੈਕਟ ਪੈਦਾ ਕਰ ਰਹੇ ਹੁੰਦੇ ਆ, ਤਾਂ ਜਿਹੜਾ ਉਹ ਰਿਜ਼ਲਟੈਂਟ ਆ ਉਹ ਇਕੱਲਾ ਜਾਣਾ ਉਹ ਵਾਲਾ ਇਫੈਕਟ ਪੈਦਾ ਕਰਦਾ ਜਿਹੜਾ ਉਹ ਬਾਕੀਆਂ ਨੇ ਰਲ ਕੇ ਪੈਦਾ ਕੀਤਾ ਹੁੰਦਾ ਹੈਗਾ। ਸੋ ਰਿਜ਼ਲਟੈਂਟ ਆਫ ਟੂ ਔਰ ਮੋਰ, ਸੋ ਰਿਜ਼ਲਟੈਂਟ ਆਫ ਟੂ ਔਰ ਮੋਰ, ਦੋ ਜਾਂ ਜ਼ਿਆਦੇ, ਠੀਕ ਹੈ ਨਾ। ਦ ਰਿਜ਼ਲਟੈਂਟ ਮਤਲਬ ਜਿਹੜਾ ਨਤੀਜਾ ਵਾ, ਪਰਿਣਾਮ ਆ, ਆਫ ਟੂ ਔਰ ਮੋਰ ਵੈਕਟਰਸ, ਜਿਹੜੇ ਵੈਕਟਰਾਂ ਦੀ ਕਹਿੰਦੇ ਵੈਕਟਰ ਇਕੱਲਾ ਫੋਰਸ ਨਹੀਂ ਕਹਿਣਾ ਕਿਉਂਕਿ ਇਹ ਸਾਂਝੀ ਗੱਲ ਆ, ਜਿਹੜੇ ਵੀ ਵੈਕਟਰ ਦੀ ਆਪਾਂ ਗੱਲ ਕਰਦੇ ਪਏ ਹਾਂ। ਇਜ਼ ਏ ਸਿੰਗਲ ਵੈਕਟਰ, ਇਜ਼ ਏ ਸਿੰਗਲ ਵੈਕਟਰ, ਇਹ ਜਿਹੜਾ ਰਿਜ਼ਲਟੈਂਟ ਆ ਉਹ ਸਿੰਗਲ ਵੈਕਟਰ ਆ, ਇਕੱਲਾ ਵੈਕਟਰ ਆ ਜਿਹੜਾ ਵਿੱਚ ਪ੍ਰੋਡਿਊਸ ਜਿਹੜਾ ਪੈਦਾ ਕਰਦਾ, ਜੋ ਵਿੱਚ ਮੈਨੇ ਜਿਹੜਾ ਪ੍ਰੋਡਿਊਸ ਪੈਦਾ ਕਰਦਾ, ਪ੍ਰੋਡਿਊਸ ਦਾ ਸੇਮ ਰਿਜ਼ਲਟ, ਸੇਮ ਇਫੈਕਟ ਐਜ਼ ਇਜ਼ ਪ੍ਰੋਡਿਊਸਡ ਬਾਏ, ਜਿਵੇਂ ਕਿ all the individual vectors acting together। ਸੋ ਜਿਹੜਾ ਰਿਜ਼ਲਟੈਂਟ ਆ ਦੋ ਜਾਂ ਜ਼ਿਆਦਾ ਵੈਕਟਰਾਂ ਦਾ ਉਹ ਇੱਕ ਸਿੰਗਲ ਵੈਕਟਰ ਹੁੰਦਾ ਵਾ ਜਿਹੜਾ ਕਿ ਉਹ ਵਾਲਾ ਇਫੈਕਟ ਵਿੱਚ ਪ੍ਰੋਡਿਊਸ ਦਾ ਸੇਮ ਇਫੈਕਟ ਉਹੀ ਇਫੈਕਟ ਪੈਦਾ ਕਰਦਾ ਐਜ਼ ਇਜ਼ ਪ੍ਰੋਡਿਊਸਡ ਬਾਏ ਆਲ ਦਾ ਇੰਡੀਵਿਜੂਅਲ ਵੈਕਟਰਸ। ਆਪਾਂ ਇੱਥੇ ਲਿਖ ਲਈਏ ਇੰਡੀਵਿਜੂਅਲ ਵੈਕਟਰਸ ਜਿਹੜੇ ਕਿ ਐਕਟਿੰਗ ਟੂਗੈਦਰ, ਜਦੋਂ ਕਿ ਉਹ ਇਕੱਠੇ ਕੰਮ ਕਰਦੇ ਹੁੰਦੇ ਆ, ਐਜ਼ ਇਜ਼ ਪ੍ਰੋਡਿਊਸਡ ਬਾਏ ਆਲ ਦਾ ਇੰਡੀਵਿਜੂਅਲ ਵੈਕਟਰਸ ਐਕਟਿੰਗ ਟੂਗੈਦਰ। ਸੋ ਜਦੋਂ ਉਹ ਵੈਕਟਰ ਇਕੱਠੇ ਰਲ ਕੇ ਉਹ ਕੰਮ ਇਕੱਲੇ ਜਾਣੇ ਰਲ ਕੇ ਕੰਮ ਕਰਦੇ ਹੁੰਦੇ ਆ, ਜਿੱਦਾਂ ਆਪਾਂ ਕਹੀਏ ਕਿ ਇੱਕ ਮੇਜ਼ ਨੂੰ ਇੰਨੇ ਜਾਣਿਆਂ ਨੇ ਧੱਕਾ ਮਾਰਿਆ, ਮੰਨ ਲਓ ਇਹ ਛੋਟੇ ਬੱਚੇ ਆ, 6ਵੀਂ 7ਵੀਂ ਦੇ ਬੱਚੇ ਆ ਅਤੇ ਮੇਜ਼ ਬਹੁਤ ਭਾਰਾ ਸੀਗਾ, ਤਾਂ ਆਪਾਂ 7-8 ਬੱਚਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਸਾਰੇ ਜਾਣੇ ਰਲ ਕੇ ਤੈਨੂੰ ਧੱਕਾ ਮਾਰ ਕੇ ਇੱਧਰ ਲੈ ਕੇ ਜਾਣਾ। ਤਾਂ ਆਪਾਂ ਫਿਰ ਉਹਦੀ ਥਾਂ 'ਤੇ ਕੀ ਕੀਤਾ ਵੀ ਇੱਕ ਵੱਡਾ ਬੰਦਾ ਲੈਣ ਦਾ, ਇੱਕ ਜਿਹਦਾ ਕੰਮ ਹੀ ਇਹ ਆ ਇੱਦਾਂ ਭਾਰੀਆਂ ਚੀਜ਼ਾਂ ਨੂੰ ਖਿੱਚਣਾ, ਤਾਂ ਅਸੀਂ ਉਹ ਇਕੱਲੇ ਬੰਦੇ ਨੂੰ ਕਿਹਾ ਵੀ ਇਹਨੂੰ ਇਕੱਲੇ ਜਾਣੇ ਤੂੰ ਇੱਧਰ ਨੂੰ ਖਿੱਚ, ਤਾਂ ਉਹ ਇਕੱਲੇ ਜਾਣੇ ਨਹੀਂ ਖਿੱਚ ਲਿਆ। ਇਹਦਾ ਮਤਲਬ ਸਾਰਿਆਂ ਦੇ ਕੰਮ ਦੇ ਬਰਾਬਰ ਉਹ ਇਕੱਲਾ ਜਾਣਾ ਆ। ਸੋ ਇਹ ਰਿਜ਼ਲਟੈਂਟ ਆ। ਸੋ ਇਟ ਵਿਲ ਬੀ ਦਾ ਰਿਜ਼ਲਟੈਂਟ। ਸੋ ਮੇਰੇ ਖਿਆਲ ਗੱਲ ਸਮਝ ਲੱਗ ਗਈ ਹੋਣੀ ਆ। ਸੋ ਆਪਾਂ ਇੱਥੇ ਪੋਲੀਗਨ ਲਾ ਦੀ ਗੱਲ ਕਰਦੇ ਸੀ ਕਿ ਅਸੀਂ ਜਦੋਂ ਆਪਣੇ ਕੋਲ ਏ ਵੈਕਟਰ ਆ ਇੱਕ, ਮਤਲਬ ਕਿ ਇੱਕ ਬੰਦੇ ਨੇ ਧੱਕਾ ਮਾਰਿਆ, ਦੂਜੇ ਨੇ ਮਾਰਿਆ, ਤੀਜੇ ਨੇ, ਜਿੱਦਾਂ ਆਪਾਂ ਮੇਜ਼ ਦੀ ਗੱਲ ਕਰਦੇ ਆਪਾਂ 4 ਬੰਦੇ ਲੈ ਲਏ ਜਿਨ੍ਹਾਂ ਨੇ ਧੱਕਾ ਮਾਰਿਆ। ਅਸੀਂ ਪਹਿਲਾਂ ਕੀ ਕੀਤਾ, ਅਸੀਂ ਇੱਕ ਏ ਅਤੇ ਇੱਕ ਬੀ ਦੀ ਟ੍ਰਾਇੰਗਲ ਲਾ ਕੇ ਉਹਦਾ ਰਿਜ਼ਲਟੈਂਟ ਕੱਢ ਲਿਆ। ਫਿਰ ਉਹ ਏ ਅਤੇ ਬੀ ਦੀ ਲੋੜ ਨਹੀਂ ਹੁਣ ਸਾਨੂੰ, ਕਿਉਂਕਿ ਆਪਾਂ ਉਹਦੀ ਥਾਂ 'ਤੇ ਇਕੱਲਾ ਬੰਦਾ ਲੱਭ ਲਿਆ ਜਿਹੜਾ ਦੋਨਾਂ ਦਾ ਕੰਮ ਕਰੂ। ਫਿਰ R1 'ਤੇ ਇਕੱਲਾ ਬੰਦਾ R1 ਅਤੇ ਉਹਦੇ ਨਾਲ ਸੀ ਦਾ ਮੂੰਹ ਐ ਨੂੰ ਆ, ਸੋ ਆਪਾਂ ਸੀ ਅਤੇ ਐ ਨੂੰ ਲਾ ਲਿਆ ਹੁਣ ਸੀ। ਇਹਦਾ ਮਤਲਬ R1 ਅਤੇ ਸੀ ਨੇ ਰਲ ਕੇ ਜਿਹੜਾ ਕੰਮ ਕੀਤਾ, ਹੁਣ ਵੈਕਟਰ ਹੋ ਗਿਆ ਇੱਥੇ, ਇਹਨੂੰ ਭੁੱਲ ਜਾਈਏ ਆਪਾਂ, ਇਹ ਹੈ ਨਹੀਂ ਗਾ। ਫਿਰ ਦੋ ਜਾਣੇ ਆ, ਦੋਨਾਂ ਦਾ ਫਿਰ ਰਿਜ਼ਲਟੈਂਟ ਆ ਗਿਆ। ਹੁਣ ਮੰਨ ਲਓ R2 ਆ ਗਿਆ, R2 ਇਹ ਮਤਲਬ R2 ਕੌਣ ਆ, R2 ਉਹ ਆ ਜਿਹੜਾ ਕਿ R1 ਕੌਣ ਸੀ, AB ਦਾ। ਇਹਦਾ ਮਤਲਬ ਜੇ ਹੁਣ R1 ਨੂੰ ਛੱਡੀਏ ਤਾਂ ABC ਤੋਂ ਮਿਲ ਕੇ R2 ਮਿਲਿਆ। ਇਹਦਾ ਮਤਲਬ ਕਿ ABC ਨੂੰ ਹੁਣ ਛੱਡ ਦਈਏ ਤਾਂ R2 ਆ ਗਿਆ। ਮਤਲਬ 3 ਜਿਹੜੇ ਵੈਕਟਰ ਹੈ ਇਹਨਾਂ ਤਿੰਨਾਂ ਦੇ ਕੰਮ ਦੇ ਬਰਾਬਰ ਅਸੀਂ ਇੱਕ ਬੰਦਾ ਲੱਭ ਲਿਆ R2। ਹੁਣ R2 ਦੇ ਨਾਲ D ਵੀ ਹੈਗਾ, ਹੁਣ D ਇੱਧਰ ਨੂੰ ਹੈਗਾ, ਆ D ਹੈਗਾ। ਹੁਣ R2 ਅਤੇ D ਜਿਹੜਾ ਰਲ ਕੇ ਕੀ ਕਰਨਗੇ, ਫਿਰ ਇੱਥੇ ਟ੍ਰਾਇੰਗਲ ਲਾ ਦਈਏ। ਫਿਰ ਇਹ ਜਿਹੜਾ ਆ ਗਿਆ ਐਂਡ ਰਿਜ਼ਲਟ ਅਸਲੀ ਫਾਈਨਲ, ਮੈਂ ਫਿਰ ਲਿਖ ਦਿੰਦਾ ਫਾਈਨਲ। ਸੋ ਫਾਈਨਲ ਰਿਜ਼ਲਟੈਂਟ R2 ਅਤੇ D। ਇਹਦਾ ਮਤਲਬ ਕਿ ਹੁਣ ਆਪਣੇ ਕੋਲ ਜਿਵੇਂ R1 R2 ਦੀ ਗੱਲ ਇਹਨੂੰ ਵਿੱਚੋਂ ਮਟੇ ਦਿਆਂ ਅਤੇ ਆਪਣੇ ਕੋਲ ਤੁਸੀਂ ਦੇਖੋ A ਹੈਡ ਅਤੇ ਇਹਦੀ ਟੇਲ B ਦੀ, ਫਿਰ C ਦੀ ਟੇਲ, ਫਿਰ D ਦੀ ਟੇਲ ਅਤੇ ਆਹ ਹੈਡ। ਸੋ ਮਤਲਬ ਸੇਮ ਆਰਡਰ ਵਿੱਚ ਜਿੱਦਾਂ ਟ੍ਰਾਇੰਗਲ ਵਿੱਚ ਕੀਤਾ ਸੀ, ਅਸੀਂ ABCD ਨੂੰ ਇੱਕੋ ਪਾਸੇ ਲੈ ਲਿਆ। ਮਤਲਬ ਮੈਂ ਜੇ ਇਹਨੂੰ ਫੇਰ ਬਣਾਵਾਂ ਤਾਂ ਮੈਂ A ਇੱਧਰ ਲਿਆ, B ਦੇ ਪੈਰਲਲ B ਲਿਆ, C ਦੇ ਪੈਰਲਲ C ਲਿਆ ਅਤੇ D ਦੇ D ਲਿਆ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਆਹ ਵਾਲਾ ਰਿਜ਼ਲਟੈਂਟ ਆ, ਖਾਲੀ ਥਾਂ ਆ ਜਿਹੜਾ ਬਚਿਆ, ਇਹ ਸਾਡਾ ABCD ਵੈਕਟਰ ਦਾ
ਰਿਜ਼ਲਟੈਂਟ ਆ। मतलब रिजल्टेंट जिहड़ा हैगा वो A प्लस B प्लस C प्लस D सारियां दा रल के मतलब जिहड़ा पॉलीगन ला ऑफ वैक्टर एडिशन आ। सो पॉलीगन ला पॉलीगन ठीक है। सो जो चतुर्भुज पंजभुज छठभुज बहुभुज सो ये 4 ले मैं ये तो चतुर्भुज ही बनी। चलो इत्थे जो रिजल्टेंट लिया तो पंजभुज बन गई कह लो तो मतलब पेंटागन इनू आपां कहांगे पेंटागन बन गई। ये बेसिकली 4 वैक्टर होणगे तां सो इस तरह आप देखते हैं कि पॉलीगन ला दे विच असीं बार बार ट्रैंगल ला लाने की बजाय इक्को बारी ट्रैंगल ला नूं कितनी बारी ला दईए मतलब वैक्टरां दी हैड टेल जोड़ दईए तो फिर आपां जिहड़ा हैगा पॉलीगन ला के भी जिहड़ा रिजल्टेंट आ वो कैलकुलेट कर सकते हैं। सो इस तरह असीं जिहड़ा वैक्टरां दा मिल के की असर होऊगा मतलब कि जिन्हों असीं इत्थे इंग्लिश दा एडिशन ही उन्होंने लिखिया वा पर मेरे हिसाब नाल सही शब्द ये हुंदा कि मिल के वैक्टरां ने की असर कीता उन्हां दा जिहड़ा रलिया मिलिया असर आ वो लभना उहनूं एडिशन कहंदे आ। सो वैक्टरां ने रल के की कीता उहदा की काम आया उहदा की असर होया वो असीं लभना हुंदा। सो ਉਹਦੇ ਲਈ ਆਪਣੇ ਕੋਲ ਵੈਕਟਰ ਐਡੀਸ਼ਨ ਦੇ ਅਸੀਂ 3 ਤਰੀਕੇ ਦੇਖੇ ਜਿਹੜੇ ਕਿ ਗ੍ਰਾਫਿਕਲ ਸੀਗੇ ਜਿਹਦੇ ਵਿੱਚ ਆਪਾਂ ਇਹ ਦੇਖਿਆ ਟ੍ਰਾਇੰਗਲ ਲਾ ਅਸੀਂ ਦੇਖਿਆ ਪੈਰਲੋਗ੍ਰਾਮ ਲਾ ਤੇ ਅਸੀਂ ਦੇਖਿਆ ਪੋਲੀਗਨ ਲਾ। ਸੋ ਇਸ ਤਰ੍ਹਾਂ ਆਪਾਂ ਨੇ 3 ਜਿਹੜੇ ਤਰੀਕੇ ਆ ਮਤਲਬ ਦੋਵਾਂ ਦੇ ਲਈ ਤਾਂ ਟ੍ਰਾਇੰਗਲ ਲਾ ਤੇ ਪੈਰਲੋਗ੍ਰਾਮ ਤਾਂ ਲੱਗਦਾ ਜੇ 2 ਵੈਕਟਰ ਹੋਣ ਤੇ ਜਿਹੜਾ ਪੋਲੀਗਨ ਲਾ ਤਾਂ ਲੱਗਦਾ ਜੇ 2 ਤੋਂ ਜ਼ਿਆਦਾ ਵੈਕਟਰ ਹੋਣ। ਹੁਣ ਆਪਾਂ ਇਹਨਾਂ ਜਿਹੜੀ ਵੈਕਟਰ ਐਡੀਸ਼ਨ ਕੀਤੀ ਆ ਇਹਦੀ ਕੁਝ ਪ੍ਰੋਪਰਟੀਜ਼ ਹੁੰਦੀਆਂ ਵਾ ਪ੍ਰੋਪਰਟੀਜ਼। सो प्रॉपर्टीज़ की आप गल कर लीए की प्रॉपर्टी मतलब जे मैं कहां कि ए वैक्टर ने ते बी वैक्टर ने जोड़ के जिहड़ा काम किया मिल के जिहड़ा एडिशन हुई कि जे बी ते ए काम करदे तां वो अलग होना सीगा। सो ये नहीं बराबर ही काम होना सी मतलब जे मैं कहां कि ए आ वाला वैक्टर आ बी आ वाला वैक्टर आ तो मैं कहां ए ते बी ने मिल के काम किया तो काम तो उही कीता जो आ करते पे आ। तो जे मैं इदा यदा नाम पहलों लै ला यदा बाद चों लै ला तो इन्हां दी किहड़ा लड़ाई हो जानी आ। सो काम तो उही जो करते पे जे मैं बी का नाम पहलों लिखता तो बी ए का पहलों बाद चों लिखता जां ए का नाम पहलों लिख लिया तो बी का बाद चों लिख के कहता भी इदां दोनों ने रल के काम किया तो उहदे च की आ कोई प्रॉब्लम नहीं। सो दोनों का जिहड़ा असर आ पर यह है कि जगह नहीं बदल सकते आ जो करता ए इत्थे काम करता पिया बी इत्थे काम करता पिया जे तुसीं को बी इधर आ गया तो ए इधर आ गया फिर हो सकता वो बदल जाए काम उहदा हिसाब किताब बदल जाए। सो जे उन्हां दी डायरैक्शनस बदलदियां सो जिद्दां हुण मान लो मैं कहां कि भी इधर 10 न्यूटन लगा वा तो इधर जिहड़ा हैगा वा सो लेट अस से कि जे बी इधर हैगा तो ए इधर हैगा इत्थे आपां लईए इधर नूं ए बनिया अपने को इधर नूं बी बनिया तो इन्हां दा रिजल्टेंट की आऊगा। सो आपां पैरलोग्राम ला इत्थे कंप्लीट कर दिंदे आ तो आ रिजल्ट बनिया। तो जे आप कहें कि बी इधर आ तो ए उधर आ तां भी जी पैरलोग्राम बननी सी फिर आ बी आप जे इनू बी नूं इधर लै लैंदे आ तो ए नूं उधर लै लैंदे आ तो इधर बी आ इधर ए आ। सो ये छोटी है वड्डी है फिर पैरलोग्राम थोड़ी टेढ़ी बननी सी तां भी डायगनल आही आंदा पिया। सो रिजल्टेंट जिहड़ा हैगा दैट विल रिमेन ए प्लस बी। सो मतलब फर्क नहीं पैंदा पिया लगदा। सो ए जिहड़ा हैगा रिजल्टेंट जिहड़ा हैगा वो ए प्लस बी दे बराबर इत्थे भी आ तो इत्थे भी आ। सो वैसे आपां इह आ कि जे असीं इहदा पहलों नां लै लिया तो उहदा बाद चों नां लै लिया तो उन्हां दी डायरैक्शनस जिहड़ियां हैगियां नहीं बदलदे हैगे तो फिर बेशक असीं ए जमा बी करिए जां बी जमा ए करिए तो रिजल्ट जिहड़ा हैगा वो सेम आंदा। सो इनू असीं कहंदे कम्यूटेटिव ला। सो दिस इज़ कम्यूटेटिव। सो ये जिहड़ी वैक्टर एडिशन आ कम्यूटेटिव आ मतलब कि पहल किहदी आ ते दूज किहदी आ अगे पिछे लिखण नाल जमा करन नाल उहनूं कोई फर्क नहीं पैंदा हैगा सेम नतीजा निकलूगा जे दोनों जाने रल के काम करनगे जिस डायरैक्शन विचों करदे पए सी जो करनगे। सो दैन वैक्टर एडिशन जिहड़ी हुंदी आ जो कैन से एसोसीएटिव होंगी है। वैक्टर एडिशन इज़ एसोसीएटिव। सो एसोसीएटिव का की मतलब है कि जे एक वैक्टर तो दूजा वैक्टर रल के काम करते आ तो उस तो बाद उन्होंने जो काम कर लिया एक होर वैक्टर आके जुड़ जाता तो जो ये टोटल तीनों जने रल के काम करनगे उही काम जिहड़ा हैगा वो इदां भी होगा बी जमा सी। सो बी जमा सी ने पहलों रल के काम किया डायरैक्शनां नहीं बदलनियां हुण उन्हां दियां जो जो डायरैक्शनां हैगियां उही रखनियां वा। सो ए जमा बी जमा सी इदां कर लो पहलों ये दोनों जाणियां ने रल के किया फिर सी उहदे नाल रलिया जां बी सी पहलों रले तो ए उहदे नाल रलिया पर डायरैक्शन जिहड़ियां वा वो नहीं बदल देनियां। जे इन्हां दियां डायरैक्शनस इदां हैगियां तो वो डायरैक्शन इदां ही रहनियां वा ए बी सी। हुण बेशक आ दोनों जने रल के पहलों काम करन जां ये दोनों रल के पहलों काम करन इन्हां दोनों का रिजल्टेंट कढ लो
ਫਿਰ ਉਹ A ਦੇ ਨਾਲ ਕੰਮ ਕਰੇ, ਜਾਂ A ਤੇ B ਨੇ ਰਿਜ਼ਲਟੈਂਟ ਪਹਿਲੋਂ ਪ੍ਰਾਪਤ ਕਰ ਲਓ, ਫਿਰ ਉਹਦਾ C ਦੇ ਨਾਲ ਜਿਹੜਾ ਰਿਜ਼ਲਟੈਂਟ ਆ ਉਹ ਪ੍ਰਾਪਤ ਕਰ ਲਓ, ਤਾਂ ਫਿਰ ਇਹ ਜਿਹੜਾ ਰਿਜ਼ਲਟ ਆ ਇਹ ਬਰਾਬਰ ਆਉਂਦਾ ਹੈਗਾ, ਇਹਦੇ 'ਚ ਕੋਈ ਫਰਕ ਨਹੀਂ ਪੈਂਦਾ। ਇਹਨੂੰ ਆਪਾਂ ਕਹਿੰਦੇ ਵੈਕਟਰ ਐਡੀਸ਼ਨ ਜਿਹੜੀ ਆ ਐਸੋਸੀਏਟਿਵ ਹੁੰਦੀ ਆ, ਮਤਲਬ ਇਹਨਾਂ ਨੂੰ ਜੁੜਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਹਿਲ ਕਿਹਦੀ ਦੂਜ ਕਿਹਦੀ ਆ ਅਤੇ ਕਿਸ ਤਰ੍ਹਾਂ ਇਹ ਸਾਰਾ ਕੰਮ ਜਿਹੜਾ ਉਹ ਹੋਇਆ ਹੈਗਾ। ਸੋ ਮੇਰੇ ਖਿਆਲ ਇਹ ਗੱਲ ਆਪਾਂ ਨੂੰ ਸਮਝ ਲੱਗ ਗਈ। ਸੋ ਵੈਕਟਰ ਦੀਆਂ ਇਹ ਪ੍ਰੋਪਰਟੀਜ਼ ਆ। ਹੁਣ ਇਹਦੇ 'ਚ ਇੱਕ ਹੋਰ ਇੰਪੋਰਟੈਂਟ ਪ੍ਰੋਪਰਟੀ ਜਿਹੜੀ ਮੈਂ ਇੱਥੇ ਦੱਸਣ ਲੱਗਿਆ ਉਹ ਜ਼ਿਆਦਾ ਇੰਪੋਰਟੈਂਟ ਆ ਕਿ ਜੇ 3 ਵੈਕਟਰ ਕੰਮ ਕਰਦੇ ਹੁਣ 3 ਵੈਕਟਰਸ ਐਕਟ ਕਰਨ ਕਿਸੇ ਬੋਡੀ 'ਤੇ, ਮੰਨ ਲਓ A ਵੈਕਟਰ ਐਕਟ ਕੀਤਾ, ਮੈਂ ਉਹ ਸਿੱਧਾ ਹੀ ਉਹਨੂੰ ਪੋਲੀਗਨ ਲਾ ਦੇ ਵਿੱਚ ਕਨਵਰਟ ਕਰਨ ਲੱਗਾ, ਅਤੇ ਆਹ B ਵੈਕਟਰ ਨੇ ਕੰਮ ਕੀਤਾ ਅਤੇ ਆਹ C ਵੈਕਟਰ ਆ। ਕੀ ਹੋਇਆ ਕਿ ਤਿੰਨਾਂ ਨੇ ਰਲ ਕੇ ਹੀ ਟ੍ਰਾਇੰਗਲ ਕੰਪਲੀਟ ਕਰਤੀ, ਮਤਲਬ ਕਿ ਇਹ 3 ਵੈਕਟਰ ਕਿਸੇ ਬੋਡੀ 'ਤੇ ਲੱਗੇ, ਇੱਕ ਇੱਧਰ ਨੂੰ ਲੱਗਿਆ, ਇੱਕ ਇੱਧਰ ਨੂੰ ਲੱਗਿਆ ਅਤੇ ਇੱਕ ਇੱਧਰ ਨੂੰ ਲੱਗਿਆ, A ਵੈਕਟਰ B ਵੈਕਟਰ ਅਤੇ C ਵੈਕਟਰ। ਅਤੇ ਜਦੋਂ ਮੈਂ ਇਹਨਾਂ ਦਾ ਪੋਲੀਗਨ ਲਾ ਬਣਾਉਣ ਲੱਗਿਆ ਅਤੇ ਇਹਦੇ ਵਿੱਚ ਮੇਰੇ ਕੋਲ ਖਾਲੀ ਥਾਂ ਹੀ ਨਹੀਂ ਬਚੀ, ਇਹ ਤਿੰਨੇ ਵੈਕਟਰ ਆਪਸ ਵਿੱਚ ਹੀ ਪੂਰੇ ਹੋ ਗਏ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਹੈ ਕਿ A ਅਤੇ B ਦਾ ਜਿਹੜਾ ਰਿਜ਼ਲਟੈਂਟ ਆ, A ਦਾ ਅਤੇ B ਦਾ ਜਿਹੜਾ ਰਿਜ਼ਲਟੈਂਟ ਆ ਉਹ C ਦੇ ਬਰਾਬਰ ਆ। ਸੋ ਮਤਲਬ ਜਿਹੜਾ RAB ਆ, ਜੇ ਮੈਨੂੰ RAB ਲਿਖ ਲਾਂ ਅਤੇ A ਅਤੇ B ਦਾ ਰਿਜ਼ਲਟੈਂਟ ਜਿਹੜਾ ਹੈਗਾ ਉਹ C ਦੇ ਉਲਟ ਅਤੇ ਬਰਾਬਰ ਆ। RAB ਜਿਹੜਾ ਹੈਗਾ ਉਹਦੀ ਡਾਇਰੈਕਸ਼ਨ ਇੱਧਰ ਨੂੰ ਆ ਅਤੇ C ਦੀ ਡਾਇਰੈਕਸ਼ਨ ਜਿਹੜੀ ਆ ਉਹ ਇੱਧਰ ਨੂੰ ਆ। ਇੱਦਾਂ ਦੋਨੋਂ ਜਾਣੇ ਆਪਸ ਵਿੱਚ ਸੇਧ ਵਿੱਚ ਇੱਕ ਦੂਜੇ ਦੇ ਉਲਟ ਕੰਮ ਕਰਨਗੇ। ਤਾਂ C ਕੀ ਕਰੂਗਾ, ਜੇ ਅਸੀਂ ਦੋਨਾਂ ਦੀ ਟੇਲ ਜੋੜੀਏ ਤਾਂ C ਇੱਧਰ ਨੂੰ ਜ਼ੋਰ ਲਾਊਗਾ, RAB ਉੱਧਰ ਨੂੰ ਜ਼ੋਰ ਲਾਊਗਾ, ਤਾਂ ਫਿਰ ਕੀ ਹੋਊਗਾ? ਕੁਛ ਵੀ ਨਹੀਂ ਹੋਊਗਾ, ਕੈਂਸਲ ਕਰ ਦੇਣਗੇ ਇੱਕ ਦੂਜੇ ਨੂੰ। ਇਸ ਕਰਕੇ ਜੇ AB ਅਤੇ C ਦੀ ਟ੍ਰਾਇੰਗਲ ਕੰਪਲੀਟ ਹੋ ਜਾਂਦੀ ਆ ਸੇਮ ਆਰਡਰ ਵਿੱਚ, ਆਰਡਰ ਸੇਮ ਆ, ਦੇਖੋ ਇੱਥੇ ਇਫ ਟੇਕਨ ਇਨ ਸੇਮ ਆਰਡਰ ABC, ਤਿੰਨਾਂ ਦੇ ਹੈਡ ਟੇਲ ਜੁੜ ਗਏ ਅਤੇ ਕੰਪਲੀਟ ਹੋ ਗਿਆ ਸਾਰਿਆਂ ਦੇ ਹੈਡ ਟੇਲ, ਆ ਵੀ ਹੈਡ ਟੇਲ ਜੁੜ ਗਿਆ, ਆ ਵੀ ਜੁੜ ਗਿਆ, ਆ ਵੀ ਜੁੜ ਗਿਆ, ਤਾਂ ਫਿਰ ਹੈਡ ਟੇਲ ਜੇ ਤਿੰਨਾਂ ਦੇ ਜੁੜ ਗਏ, 3 ਵੈਕਟਰ ਸੀਗੇ, ਤਾਂ ਫਿਰ ਇਹਦਾ ਮਤਲਬ ਰਿਜ਼ਲਟੈਂਟ 0 ਆ। ਸੋ ਰਿਜ਼ਲਟੈਂਟ ਇਜ਼ 0। ਜੇ ਤਿੰਨੇ ਹੀ ਜਿਹੜੇ ਆ ਨਾ ਤਿੰਨ ਵੈਕਟਰਾਂ ਨੇ ਟ੍ਰਾਇੰਗਲ ਕੰਪਲੀਟ ਕਰ ਲਈ, ਮਤਲਬ 3 ਬੰਦਿਆਂ ਨੇ ਰਲ ਕੇ ਮੇਜ਼ ਨੂੰ ਧੱਕਾ ਮਾਰਿਆ, ਉਹ ਧੱਕਾ ਇਸ ਢੰਗ ਨਾਲ ਮਾਰਿਆ ਕਿ ਉਹ ਤਿੰਨੇ ਹੀ ਇੱਕ ਦੂਜੇ ਦੇ ਅਸਰ ਨੂੰ ਖਤਮ ਕਰ ਗਏ। ਮਤਲਬ 2 ਜਾਣਿਆਂ ਨੇ ਇੱਦਾਂ ਜ਼ੋਰ ਲਾਇਆ ਕਿ ਤੀਜੇ ਦੇ ਜ਼ੋਰ ਨੂੰ ਉਹਨਾਂ ਨੇ ਖਤਮ ਕਰਤਾ, ਇਸ ਢੰਗ ਨਾਲ ਧੱਕਾ ਮਾਰਿਆ, ਉਸ ਮੇਜ਼ ਨੂੰ ਹਿਲਾਇਆ ਕਿ ਉਹ ਜਿਹੜਾ ਜਿੱਧਰ ਨੂੰ A ਅਤੇ B ਉਹਨੂੰ ਭੇਜਣਾ ਚਾਹੁੰਦੇ ਸੀ, C ਨੇ ਉਹਦੇ ਉਲਟ ਧੱਕਾ ਮਾਰਤਾ ਅਤੇ ਉਹ ਗੱਲ ਮੇਜ਼ ਉੱਥੇ ਦਾ ਉੱਥੇ ਹੀ ਖੜਾ ਰਹਿ ਗਿਆ, ਉਹਨੂੰ ਕੁਛ ਹੋਇਆ ਹੀ ਨਹੀਂ। ਸੋ ਇਹ ਬਹੁਤ ਇੰਪੋਰਟੈਂਟ ਪ੍ਰੋਪਰਟੀ, ਇਹਨੂੰ ਕਹਿੰਦੇ ਇਕੁਇਲਿਬਰੀਅਮ ਆ ਗਿਆ। ਮਤਲਬ 3 ਵੈਕਟਰ ਹੈਗੇ ਆ, ਜੇ ਉਹ ਤਿੰਨਾਂ ਵੈਕਟਰਾਂ ਦੀ ਟ੍ਰਾਇੰਗਲ ਕੰਪਲੀਟ ਹੋ ਜੇ ਆਟੋਮੈਟਿਕਲੀ, ਤਾਂ ਫਿਰ ਅਸੀਂ ਕਹਿੰਦੇ ਇਕੁਇਲਿਬਰੀਅਮ ਆ ਗਿਆ। ਮਤਲਬ ਕਿ ਤਿੰਨੇ ਹੀ ਵੈਕਟਰਾਂ ਨੇ ਰਲ ਕੇ ਕੁਛ ਵੀ ਨਹੀਂ ਕੀਤਾ, ਤਿੰਨ ਵੈਕਟਰ ਹੈਗੇ ਜ਼ਰੂਰ ਆ ਪਰ ਉਹ ਕਰਦੇ ਕੁਛ ਨਹੀਂ ਪਏ, ਰਲ ਕੇ ਕੰਮ ਵੀ ਕੀਤਾ, ਲੱਗਦਾ ਵੀ ਜ਼ੋਰ ਲਾਉਂਦੇ ਪਏ ਆ 3 ਬੰਦੇ, ਪਰ ਉਹ ਮੇਜ਼ ਨੂੰ ਕੁਛ ਹੁੰਦਾ ਹੀ ਨਹੀਂ ਪਿਆ। ਕਿਉਂ? ਕਾਰਨ ਉਹਦਾ ਆਹ ਆ ਕਿ A ਅਤੇ B ਦਾ ਜਿਹੜਾ ਜ਼ੋਰ ਲੱਗਣਾ ਸੀ, A ਅਤੇ B ਦਾ ਜਿਹੜਾ ਜ਼ੋਰ ਲੱਗ ਕੇ ਜਿੱਧਰ ਨੂੰ ਮੇਜ਼ ਨੂੰ ਜਾਣਾ ਸੀ, ਦੂਜਾ ਬੰਦਾ ਬਿਲਕੁਲ ਉਹਦੇ ਉਲਟ ਜ਼ੋਰ ਲਾਈ ਜਾਂਦਾ ਪਿਆ, ਉਹ ਇੱਕ ਦੂਜੇ ਨੂੰ ਕੈਂਸਲ। ਮੰਨ ਲਓ ਇਹ ਬੰਦਾ 50 ਨਿਊਟਨ ਜ਼ੋਰ ਲਾਈ ਜਾਂਦਾ ਅਤੇ ਆਹ ਵੀ 50 ਨਿਊਟਨ ਬਿਲਕੁਲ ਸੇਧ ਵਿੱਚ ਉਹਦੇ ਜ਼ੋਰ ਲਾਈ ਜਾਂਦਾ, ਇਸ ਕਰਕੇ ਕੈਂਸਲ ਹੋ ਗਏ ਦੋਨੋਂ। ਸੋ ਇਹ ਗੱਲ ਸਮਝ ਲੱਗ ਗਈ ਹੋਣੀ। ਸੋ ਜੇ 3 ਵੈਕਟਰ ਰਲ ਕੇ ਇਸ ਢੰਗ ਨਾਲ ਕੰਮ ਕਰਨ ਕਿ ਉਹਨਾਂ ਦੀ ਟ੍ਰਾਇੰਗਲ ਕੰਪਲੀਟ ਹੋ ਜਾਵੇ, ਪੂਰੀ ਟ੍ਰਾਇੰਗਲ ਬਣ ਜਾਵੇ, ਉਹ 'ਚ ਖਾਲੀ ਥਾਂ ਨਾ ਬਚੇ ਚੌਥੀ, ਕਿਉਂਕਿ ਰਿਜ਼ਲਟੈਂਟ ਕੀ ਆਉਣਾ ਸੀ? ਇੱਕ ਵੈਕਟਰ, ਦੂਜਾ ਵੈਕਟਰ, ਤੀਜਾ ਵੈਕਟਰ, A ਵੈਕਟਰ, B ਵੈਕਟਰ, C ਵੈਕਟਰ, ਤਾਂ ਫਿਰ ਇੱਥੇ ਆਹ ਰਿਜ਼ਲਟੈਂਟ ਆਉਂਦਾ ਹੁੰਦਾ ਖਾਲੀ ਥਾਂ ਨੂੰ ਜੇ ਆਪਾਂ ਜੁਆਇਨ ਕਰੀਏ, ਤਾਂ ਜੇ ਖਾਲੀ ਥਾਂ ਹੀ ਨਹੀਂ ਬਚੀ ਤਾਂ ਫਿਰ ਰਿਜ਼ਲਟੈਂਟ 0 ਆ। ਸੋ ਜੋ ਇੱਥੇ ਹੋਇਆ, ਸੋ A B ਅਤੇ C, ਇਹ ਇੱਥੇ ਖਾਲੀ ਥਾਂ ਬਚੀ ਨਹੀਂ, ਸੋ ਜਿੱਦਾਂ ਇੱਥੇ ਬਚਦੀ ਸੀ। ਸੋ ਰਿਜ਼ਲਟੈਂਟ ਲੱਭਣ ਲਈ A B C ਵਿੱਚ, ਸੋ ਮੰਨ ਲਓ ਕਿ 3 ਇੱਦਾਂ ਐਕਟ ਕੀਤੇ ਤਾਂ ਚੌਥਾ ਜਿਹੜਾ ਰਿਜ਼ਲਟੈਂਟ ਇੱਧਰ ਨੂੰ ਆਉਣਾ, ਪਰ ਇਹਦੇ ਵਿੱਚ ਕੀ ਹੋਇਆ ਕਿ A B C ਨੇ ਇਸ ਤਰ੍ਹਾਂ ਕੰਮ ਕੀਤਾ ਕਿ ਰਿਜ਼ਲਟੈਂਟ ਫਿੱਟ ਕਰਨ ਦੀ ਜਗ੍ਹਾ ਹੀ ਨਹੀਂ ਬਚੀ, ਮਤਲਬ ਰਿਜ਼ਲਟੈਂਟ 0 ਆ ਗਿਆ। ਸੋ ਇਸ ਤਰ੍ਹਾਂ ਇਹ ਜਿਹੜਾ ਆਪਣੇ ਕੋਲ ਵੈਕਟਰਸ ਦੀ ਐਡੀਸ਼ਨ ਅਤੇ ਉਹਨਾਂ ਦੀਆਂ ਕੁਛ ਪ੍ਰੋਪਰਟੀਜ਼ ਹੁੰਦੀਆਂ ਹੈਗੀਆਂ। ਸੋ ਹੁਣ ਆਪਾਂ ਜਿਹੜਾ ਹੈਗਾ ਇਹਦਾ ਐਨਾਲੀਟੀਕਲ ਜਿਹੜਾ ਮੈਥਡ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਥੈਂਕ ਯੂ।